ਇਸ ਤੋਂ ਪਹਿਲਾਂ ਅਸੀਂ ਨੇ ਚੌਲ ਸ਼ਾਸਕਾਂ ਬਾਰੇ ਪੜ੍ਹਿਆ। ਜਿਵੇਂ ਕਿ ਕੀਤਾ ਸੀ ਕਿ ਦੱਖਣੀ ਭਾਰਤ ਵਿੱਚ ਵਿਜ਼ਾਲਿਆ ਨੇ ਚੌਲ ਰਾਜ ਦੀ ਨੀਂਹ ਰੱਖੀ ਸੀ। ਉਸਨੇ ਪੱਲਵ ਪਾਂਡਿਆ ਚੌਲ ਇਹ ਦੱਖਣੀ ਭਾਰਤ ਵਿੱਚ ਤਾਮਿਲਨਾਡੂ ਵਾਲੇ ਪਾਸੇ ਸਨ। ਕਿਸੇ ਸਮੇਂ ਪ੍ਰਾਚੀਨ ਇਤਿਹਾਸ ਜਦੋਂ ਪੜ੍ਹਦੇ ਤਾਂ ਚੌਲ ਚੇਰ ਪਾਂਡਿਆ ਚੌਲ ਦੇ ਪਾਂਡਿਆ ਦਾ ਨਾਮ ਪੁਰਾਣਾ ਚੱਲਦਾ ਆ ਰਿਹਾ। ਪਾਂਡਿਆ ਅਤੇ ਚੌਲ ਫਿਰ ਇੱਕ ਵਾਰੀ ਖਤਮ ਹੋ ਗਏ ਸੀ। ਦੁਬਾਰੇ ਇਹਨਾਂ ਦੀ ਸ਼ਕਤੀ ਵਿੱਚ ਇਹ ਆਏ ਤਾਂ ਜੋ ਚੌਲ ਸੀਗਾ, ਚੌਲ ਰਾਜ ਦੀ ਦੁਬਾਰੇ ਮਤਲਬ ਕਹਿ ਸਕਦੇ ਹਾਂਗੇ ਮੱਧ ਕਾਲ ਦੇ ਵਿੱਚ ਤਾਂ ਵਿਜ਼ਾਲਿਆ ਨੇ ਨੀਂਹ ਰੱਖੀ ਸੀ। ਉਸਨੇ ਪੱਲਵਾਂ ਨੂੰ ਹਰਾਇਆ ਅਤੇ ਤੰਜੌਰ ਨੂੰ ਜਿੱਤ ਲਿਆ ਅਤੇ ਉਸ ਨੂੰ ਆਪਣੀ ਰਾਜਧਾਨੀ ਬਣਾਇਆ ਸੀ। ਫਿਰ ਉਸਦਾ ਪੁੱਤਰ ਸੀਗਾ, ਉਸ ਤੋਂ ਬਾਅਦ ਪਰਾਂਤਕ ਆ ਗਿਆ। ਪਰਾਂਤਕ ਪਹਿਲਾ ਉਹ ਵੀ ਸ਼ਕਤੀਸ਼ਾਲੀ ਸੀ। ਉਸਨੇ ਪਾਂਡਿਆਂ ਨੂੰ। ਪਰਾਂਤਕ ਨੇ ਕਿਹਨੂੰ ਹਰਾਇਆ? ਪਾਂਡਿਆਂ ਨੂੰ। ਦੇਖੋ ਜੇਕਰ ਯਾਦ ਕਰਨਾਗਾ ਤਾਂ PAL ਅਲਫਾਬੈਟੀਕਲ PA ਪੱਲਵਾਂ 'ਚ ਅਤੇ PA ਪਾਂਡਿਆਂ 'ਚ। ਪਰ ਪੱਲਵਾਂ 'ਚ ਪਹਿਲਾਂ L ਆਉਂਦੀ ਆ, ਪਾਂਡਿਆਂ 'ਚ ਫਿਰ ਬਾਅਦ 'ਚ N ਆਉਂਦੀ ਆ। ਭਾਵ L ਪਹਿਲਾਂ ਆਉਂਦੀ ਆ, N ਬਾਅਦ 'ਚ। ਤਾਂ ਪੱਲਵ ਪਹਿਲਾਂ ਹਾਰਨਗੇ ਅਤੇ ਪਾਂਡਿਆ ਬਾਅਦ 'ਚ। ਤਾਂ ਵਿਜ਼ਾਲਿਆ ਨੇ ਪੱਲਵਾਂ ਨੂੰ ਹਰਾ ਕੇ ਤੰਜੌਰ 'ਤੇ ਕਬਜ਼ਾ ਕਰਕੇ ਆਪਣੀ ਰਾਜਧਾਨੀ ਬਣਾਇਆ ਸੀ। ਫਿਰ ਪਰਾਂਤਕ ਨੇ ਪਾਂਡਿਆਂ ਨੂੰ ਹਰਾ ਕੇ ਉਹਦੀ ਰਾਜਧਾਨੀ ਸੀ ਮਧੁਰਾ, ਉਸ ਨੂੰ ਜਿੱਤ ਲਿਆ ਸੀਗਾ। ਅਤੇ ਫਿਰ ਜੋ ਪਰਾਂਤਕ ਸੀ ਪਰ 949 ਵਿੱਚ ਤਕਲੋਮ ਦੀ ਲੜਾਈ ਹੋਈ ਸੀਗੀ, ਜਿਹਦੇ ਵਿੱਚ ਉਹ ਰਾਸ਼ਟਰਕੂਟ ਸ਼ਾਸਕ ਕ੍ਰਿਸ਼ਨ ਤੀਜੇ ਨੂੰ ਹਾਰ ਗਿਆ ਸੀ ਅਤੇ ਜਿਸ ਤੋਂ ਬਾਅਦ ਭਾਵ ਚੌਲਾਂ ਦਾ ਸਮਾਪਤੀ ਹੋ ਗਈ ਸੀ। ਪਰ ਮੁੜ ਦੁਬਾਰਾ ਫਿਰ ਇੱਕ ਵਾਰੀ ਰਾਜ ਪਹਿਲਾ ਅਤੇ ਰਜਿੰਦਰ ਚੌਲ ਜਾਂ ਰਾਜ ਪਹਿਲਾ ਸੀ, ਉਸਨੇ 985 ਤੋਂ ਲੈ ਕੇ 1014 ਤੱਕ ਰਾਜ ਕੀਤਾ ਸੀ ਅਤੇ ਉਸਨੇ ਚੌਲ ਚੇਰ ਪਾਂਡਿਆ ਸ਼੍ਰੀਲੰਕਾ ਦੇ ਰਾਜਿਆਂ ਨੂੰ ਹਰਾ ਕੇ ਆਪਣੇ ਅਧੀਨ ਕਰ ਲਿਆ ਸੀਗਾ। ਠੀਕ ਹੈ ਜੀ। ਫਿਰ ਉਸਨੇ ਤੰਜੌਰ ਵਿੱਚ ਰਾਜੇਸ਼ਵਰ ਨਾਂ ਦਾ ਇੱਕ ਮੰਦਰ ਵੀ ਬਣਾਇਆ ਸੀ। ਫਿਰ ਉਸ ਦੀ ਮੌਤ ਤੋਂ ਬਾਅਦ ਉਸਦਾ ਪੁੱਤਰ ਰਜਿੰਦਰ ਚੌਲ ਆਇਆ। 1014 ਤੋਂ ਲੈ ਕੇ 1044 ਤੱਕ ਰਾਜ ਕੀਤਾ। ਫਿਰ ਕੀ ਸੀਗਾ, ਉਸਨੇ ਵੀ ਪਾਂਡਿਆ 'ਚ ਸ਼੍ਰੀਲੰਕਾ ਦੇ ਸ਼ਾਸਕਾਂ ਨੂੰ ਹਰਾਇਆ ਅਤੇ ਉਸਨੇ ਗੰਗਾ ਦੇ ਇਲਾਕੇ ਤੱਕ ਹਮਲਾ ਕੀਤਾ ਸੀ ਤਾਂ ਉੱਥੋਂ ਗੰਗਾ ਦਾ ਪਾਣੀ ਲੈ ਕੇ ਆਇਆ ਸੀ। ਗੰਗਾ ਕਿੱਥੇ ਵਗਦੀ ਹੈ? ਉੱਤਰ ਪ੍ਰਦੇਸ਼ ਬਿਹਾਰ ਵਾਲੇ ਪਾਸੇ, ਹੁਸੈਨ ਵਾਲੇ ਪਾਸੇ, ਕਨੌਜ ਵਾਲੇ ਪਾਸੇ। ਤਾਂ ਫਿਰ ਉਸਨੇ ਗੰਗਈ ਕੋਂਡਾ ਚੋਲਾਪੁਰਮ ਨਾਂ ਦਾ ਇੱਕ ਨਗਰ ਵਸਾਇਆ ਸੀ ਅਤੇ ਉਸ ਨੂੰ ਆਪਣੀ ਰਾਜਧਾਨੀ ਬਣਾਇਆ ਸੀ, ਭਾਵ ਗੰਗਾ ਦੇ ਖੇਤਰ ਤੱਕ ਜਾਣ ਵਾਲਾ। ਉਸਨੇ ਅੰਡੇਮਾਨ, ਨਿਕੋਬਾਰ, ਮਲਾਇਆ, ਸੁਮਤਰਾ, ਜਾਵਾ ਇਹਨਾਂ 'ਤੇ ਜਿੱਤਾਂ ਪ੍ਰਾਪਤ ਕੀਤੀਆਂ ਸਨ ਅਤੇ ਚੀਨ ਅਤੇ ਦੱਖਣੀ ਭਾਰਤ ਨਾਲ ਆਪਸੀ ਵਪਾਰਕ ਸੰਬੰਧ ਸਥਾਪਿਤ ਕੀਤੇ ਸਨ। ਇਸ ਤਰ੍ਹਾਂ ਜੋ ਰਜਿੰਦਰ ਚੌਲ ਸੀ ਉਸਨੇ ਬਹੁਤ ਸਾਰੇ ਸੁਧਾਰ ਵੀ ਕੀਤੇ ਅਤੇ ਕੰਮ ਵੀ ਕੀਤੇ, ਸ਼ਾਸਨ ਦਾ ਵਿਸਤਾਰ ਵੀ ਕੀਤਾ। ਪਰ ਉਸਦੇ ਜੋ ਉੱਤਰਾਧਿਕਾਰੀ ਸੀਗੇ ਉਹ ਗੁਆਂਢੀ ਸ਼ਾਸਕਾਂ ਨਾਲ ਲੜਦੇ ਰਹੇ, ਜਿਸ ਕਰਕੇ ਉਹਨਾਂ ਦੀ ਸ਼ਕਤੀ ਬੜੀ ਕਮਜ਼ੋਰ ਹੋ ਗਈ ਅਤੇ ਚੌਲ ਰਾਜ ਦਾ ਅੰਤ ਹੋ ਗਿਆ। ਰਾਜ ਪ੍ਰਬੰਧ। ਚੌਲ ਰਾਜਾ ਬਹੁਤ ਸ਼ਕਤੀਸ਼ਾਲੀ ਹੁੰਦਾ ਸੀ। ਉਹ ਕੇਂਦਰੀ ਸਰਕਾਰ ਦਾ ਮੁਖੀ ਹੁੰਦਾ ਸੀ, ਪਰ ਸਾਰਾ ਕੁਛ ਉਸ ਦੇ ਇਰਦ ਗਿਰਦ ਘੁੰਮਦਾ ਸੀ। ਉਸ ਕੋਲ ਬਹੁਤ ਸਾਰੀਆਂ ਸ਼ਕਤੀਆਂ ਹੁੰਦੀਆਂ ਸਨ, ਪਰੰਤੂ ਉਹ ਸਰਕਾਰੀ ਮਾਮਲਿਆਂ ਵਿੱਚ ਮੰਤਰੀ ਮੰਡਲ ਦੀ ਸਲਾਹ ਲੈਂਦਾ ਸੀ। ਜਿਸ ਤਰ੍ਹਾਂ ਅੱਜ ਕੱਲ੍ਹ ਕੈਬਨਿਟ ਹੁੰਦਾ ਹੈ। ਸਭ ਤੋਂ ਪਹਿਲਾਂ ਅਸੀਂ ਪੜ੍ਹਿਆ ਸੀਗਾ ਮੌਰੀਆ ਸਾਮਰਾਜ ਦੇ ਵਿੱਚ, ਉਦੋਂ ਵੀ ਮੰਤਰੀ ਮੰਡਲ ਹੁੰਦਾ ਸੀਗਾ, ਉਹਨਾਂ ਦੀ ਸਲਾਹ ਲੈਂਦਾ ਸੀ ਉਹ ਮੰਤਰੀਆਂ ਦੀ। ਫਿਰ ਅਸੀਂ ਉਸ ਤੋਂ ਬਾਅਦ ਕੀਤਾ ਸੀਗਾ ਮਹਾਜਨਪਦ ਕਾਲ ਦੇ ਵਿੱਚ ਮੰਤਰੀਆਂ ਨੂੰ ਅਮਾਤਿਆ ਕਿਹਾ ਸੀ। ਅਮਾਤਿਆ ਉਹ ਵੀ ਸਲਾਹ ਲੈਂਦੇ ਸੀਗੇ। ਅਤੇ ਮੌਰੀਆ ਕਾਲ ਵਿੱਚ ਮਹਾਮੰਤਰ ਨਿਯੁਕਤ, ਇਹ ਹੋਰ ਵੀ ਕਈ ਅਧਿਕਾਰੀ ਸਨ। ਤਾਂ ਫਿਰ ਜਿਹੜਾ ਮੰਤਰੀ ਮੰਡਲ ਹੁੰਦਾ ਸੀਗਾ ਉਹ ਰਾਜ ਪ੍ਰਬੰਧ ਦੀ ਨਿਗਰਾਨੀ ਕਰਦਾ ਸੀ, ਨਿਆਂ ਕਰਦਾ ਸੀ ਅਤੇ ਯੁੱਧ ਵਿੱਚ ਫੌਜੀ ਦਸਤੇ ਭੇਜਦਾ ਸੀਗਾ। ਚੌਲ ਰਾਜ ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ। ਜਿਵੇਂ ਅੱਜ ਕੱਲ੍ਹ 28 ਰਾਜ ਨੇ ਸਾਡੇ ਭਾਰਤ ਦੇ, ਇਸ ਤਰ੍ਹਾਂ ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ, ਜਿਸ ਨੂੰ ਮੰਡਲਮ ਕਿਹਾ ਜਾਂਦਾ ਸੀ। ਹਰੇਕ
ਜਿੰਨਾ ਵੰਸ਼ ਕੀਤੇ ਅਸੀਂ ਹਰ ਇੱਕ ਦੇ ਵਿੱਚ ਵੱਖਰੇ ਵੱਖਰੇ ਸ਼ਬਦ ਵਰਤੇ ਗਏ ਨੇ। ਗੱਲ ਉਹੀ ਹੁੰਦੀ ਹੈ, ਜਿਵੇਂ ਅਸੀਂ ਪ੍ਰਾਂਤ ਕਹਿ ਦਿੰਦੇ ਹਾਂ, ਰਾਜ ਕਹਿ ਦਿੰਦੇ ਹਾਂ, ਇੰਗਲਿਸ਼ ਦੇ ਵਿੱਚ ਸਟੇਟ ਕਹਿ ਦਿੰਦੇ ਹਾਂ। ਉਸੇ ਤਰ੍ਹਾਂ ਅਸੀਂ ਕੀਤਾ ਸੀਗਾ ਗੁਪਤਾਂ ਵੇਲੇ। ਗੁਪਤ ਵੰਸ਼ ਦੇ ਵਿੱਚ ਇਹ ਕੀਤਾ ਸੀਗਾ ਪ੍ਰਾਂਤ। ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀਗਾ। ਪ੍ਰਾਂਤ ਨੂੰ ਕਹਿੰਦੇ ਸੀ ਭੁਗਤੀ, ਭੁਗਤੀ ਕਹਿੰਦੇ ਸੀ ਪ੍ਰਾਂਤਾਂ ਨੂੰ, ਭੁਗਤੀ। ਅਤੇ ਜੋ ਉਸਦਾ ਮੁਖੀ ਸੀ ਉਸਨੂੰ ਕਹਿੰਦੇ ਸੀਗੇ ਉਪਾਰਿਕ ਮਹਾਰਾਜ। ਫਿਰ ਪ੍ਰਾਂਤਾਂ ਦੀ ਵੰਡ ਕੀਤੀ ਜ਼ਿਲ੍ਹਿਆਂ 'ਚ, ਜ਼ਿਲ੍ਹਿਆਂ ਨੂੰ ਕਹਿੰਦੇ ਸੀ ਵੇਸ਼ਿਆ, ਵਿਸ਼, ਅਤੇ ਉਹਦਾ ਮੁਖੀ ਵਿਸ਼ਪਤੀ। ਠੀਕ ਹੈ ਜੀ, ਇਹ ਅਸੀਂ ਪਹਿਲਾਂ ਕਰ ਚੁੱਕੇ ਹਾਂ। ਫਿਰ ਅਸੀਂ ਕੀਤਾ ਸੀਗਾ ਆਪਣਾ, ਜਦੋਂ ਕੀਤਾ ਸੀ ਅਸੀਂ ਨੇ ਸਾਤਵਾਹਨ, ਉਹਨਾਂ ਦੇ ਵਿੱਚ ਕੀ ਕਹਿੰਦੇ ਸੀਗੇ, ਜੋ ਸਾਡਾ ਜ਼ਿਲ੍ਹਾ ਸੀਗਾ, ਜ਼ਿਲ੍ਹੇ ਨੂੰ ਕਹਿੰਦੇ ਸੀਗੇ ਆਹਾਰਸ, ਆਹਾਰਸ ਕਹਿੰਦੇ ਸੀ, ਅਤੇ ਪਿੰਡ ਦਾ ਮੁਖੀਆ ਹੁੰਦਾ ਸੀ ਗੋਲਮੀਕਾਸ। ਵੱਖਰੇ ਵੱਖਰੇ ਸ਼ਬਦ ਵਰਤੇ ਗਏ ਨੇਗੇ। ਤਾਂ ਇਸੇ ਤਰ੍ਹਾਂ ਜਿਹੜਾ ਸਾਡਾ ਇੱਥੇ ਸੀਗਾ, ਇੱਥੇ ਜੋ ਪ੍ਰਾਂਤ ਸੀਗਾ ਜਿਸ ਨੂੰ ਮੰਡਲਮ ਕਿਹਾ ਜਾਂਦਾ ਸੀ। ਕੀ ਕਿਹਾ ਜਾਂਦਾ ਸੀ? ਮੰਡਲਮ। ਜਿਵੇਂ ਗੁਪਤ ਵੰਸ਼ ਵਿੱਚ ਪ੍ਰਾਂਤ ਨੂੰ ਕਹਿੰਦੇ ਸੀਗੇ ਭੁਗਤੀ, ਉਸ ਦਾ ਮੁਖੀ ਉਪਾਰਿਕ ਮਹਾਰਾਜ। ਇਸੇ ਤਰ੍ਹਾਂ ਚੌਰ ਰਾਜ ਦੇ ਵਿੱਚ ਪ੍ਰਾਂਤਾਂ ਨੂੰ ਕਹਿੰਦੇ ਸੀਗੇ ਮੰਡਲਮ, ਮੰਡਲਮ। ਫਿਰ ਪ੍ਰਾਂਤ ਹੁੰਦੇ ਨੇ, ਪ੍ਰਾਂਤ ਦੇ ਅੱਗੇ ਕੀ ਹੁੰਦੇ ਨੇ? ਜ਼ਿਲ੍ਹੇ ਹੁੰਦੇ ਨੇ। ਤਾਂ ਮੰਡਲਮ ਨੂੰ ਅੱਗੋਂ ਵਲਨਾਡੂ, ਜੋ ਜ਼ਿਲ੍ਹਾ ਸੀ ਉਸ ਨੂੰ ਕਹਿੰਦੇ ਸੀਗੇ ਵਲਨਾਡੂ। ਠੀਕ ਹੈ ਜੀ। ਹਰ ਇੱਕ ਵਲਨਾਡੂ ਵਿੱਚ ਪਿੰਡਾਂ ਦੀ ਨਿਸ਼ਚਿਤ ਗਿਣਤੀ ਸ਼ਾਮਲ ਹੁੰਦੀ ਸੀ। ਚੌਰ ਰਾਜ ਪ੍ਰਬੰਧ ਦੀ ਸਭ ਤੋਂ ਛੋਟੀ ਇਕਾਈ ਪਿੰਡ ਜਾਂ ਨਾਡੂ ਹੁੰਦਾ ਸੀ। ਦੇਖੋ ਉਸੇ ਤਰ੍ਹਾਂ ਪ੍ਰਾਂਤ, ਗੁਪਤਾਂ ਦੇ ਸਮੇਂ ਪ੍ਰਾਂਤ ਨੂੰ ਕਹਿੰਦੇ ਸੀਗੇ ਭੁਗਤੀ, ਮੁਖੀ ਕੌਣ ਸੀਗਾ? ਉਪਾਰਿਕ ਮਹਾਰਾਜ। ਤਾਂ ਚੌਲਾਂ ਦੇ ਸਮੇਂ ਪ੍ਰਾਂਤ ਨੂੰ ਕਹਿੰਦੇ ਸੀਗੇ ਮੰਡਲਮ, ਮੰਡਲਮ। ਉਸ ਤੋਂ ਅੱਗੇ ਜ਼ਿਲ੍ਹੇ, ਜ਼ਿਲ੍ਹੇ ਨੂੰ ਕਹਿੰਦੇ ਸੀਗੇ ਵਲਨਾਡੂ, ਜ਼ਿਲ੍ਹਾ ਨੂੰ ਕਹਿੰਦੇ ਸੀਗੇ ਵਲਨਾਡੂ। ਅਤੇ ਫਿਰ ਜ਼ਿਲ੍ਹੇ ਵਿੱਚ ਕੀ ਹੁੰਦੇ ਨੇ? ਪਿੰਡ। ਤਾਂ ਹਰ ਇੱਕ ਵਲਨਾਡੂ ਵਿੱਚ ਪਿੰਡਾਂ ਦੀ ਨਿਸ਼ਚਿਤ ਗਿਣਤੀ ਸ਼ਾਮਲ ਹੁੰਦੀ ਸੀ। ਵਲਨਾਡੂ ਵੀ ਕਹਿੰਦੇ ਸੀ ਜਾਂ ਕੁਟੰਬ ਕਹਿੰਦੇ ਸੀ, ਕੁਟੰਬ। ਠੀਕ ਹੈ ਜੀ। ਜ਼ਿਲ੍ਹੇ ਨੂੰ ਕਹਿੰਦੇ ਵਲਨਾਡੂ ਜਾਂ ਕੁਟੰਬ। ਚੌਰ ਰਾਜ ਪ੍ਰਬੰਧ ਦੀ ਸਭ ਤੋਂ ਛੋਟੀ ਇਕਾਈ ਪਿੰਡ ਜਾਂ ਨਾਡੂ। ਸਭ ਤੋਂ ਛੋਟੇ ਕੌਣ ਸੀ? ਨਾਡੂ। ਅਸੀਂ ਕਹਿੰਦੇ ਤੇ ਵੱਡਾ ਨਾਡੂ ਖਾਂ, ਭਾਵ ਵੱਡਾ ਆਇਆ ਪਿੰਡ ਦਾ ਦੇਖਣ ਵਾਲਾ। ਹਰੇਕ ਪਿੰਡ ਦੀਆਂ ਦੋ ਸਭਾਵਾਂ ਉਰ ਅਤੇ ਸਭਾ ਸਨ। ਇਹ ਕੁਐਸਚਨ ਬਹੁਤ ਵਾਰੀ ਆਇਆ ਵੀ ਕੌਣ ਸਨ ਉਰ ਅਤੇ ਸਭਾ? ਕਿਹਦੇ ਸਮੇਂ ਸੀ ਇਹ? ਚੌਰ ਰਾਜ ਦੇ ਸਮੇਂ, ਦੱਖਣੀ ਭਾਰਤ 'ਚ ਉਰ ਅਤੇ ਸਭਾ। ਉਰ ਸਭਾ ਦੇ ਮੈਂਬਰ ਆਮ ਪੇਂਡੂ ਲੋਕ ਹੁੰਦੇ ਸਨ। ਜਿਵੇਂ ਅੱਜ ਕੱਲ੍ਹ ਅਸੀਂ ਕਰਦੇ ਹਾਂ ਗ੍ਰਾਮ ਸਭਾ, ਅਤੇ ਗ੍ਰਾਮ ਸਭਾ ਅਤੇ ਪੰਚਾਇਤ। ਜਿਹੜੀ ਗ੍ਰਾਮ ਸਭਾ ਹੁੰਦੀ ਹੈ, ਗ੍ਰਾਮ ਸਭਾ ਦੇ ਵਿੱਚ ਸਾਰੇ ਪਿੰਡ ਦੇ ਲੋਕ ਸ਼ਾਮਲ ਹੁੰਦੇ ਨੇ ਜਿਨ੍ਹਾਂ ਦੀ ਉਮਰ 18 ਸਾਲ ਜਾਂ 18 ਸਾਲ ਤੋਂ ਵੱਧ ਹੁੰਦੀ ਹੈ। ਉਹਨੂੰ ਸਾਰਿਆਂ ਨੂੰ ਅਸੀਂ ਗ੍ਰਾਮ ਸਭਾ ਕਹਿ ਦਿੰਦੇ ਹਾਂ। ਫਿਰ ਉਸ ਗ੍ਰਾਮ ਸਭਾ ਦੇ ਵਿੱਚੋਂ ਕੁਝ ਮੈਂਬਰਾਂ ਦੀ ਚੋਣ ਕੀਤੀ ਜਾਂਦੀ ਆ, ਜਿਸ ਨੂੰ ਅਸੀਂ ਪੰਚਾਇਤ ਕਹਿ ਦਿੰਦੇ ਹਾਂ। ਉਸੇ ਤਰ੍ਹਾਂ ਉਰ ਤੇ ਸਭਾ ਹੁੰਦੀ ਹੈ। ਉਰ ਸਭਾ ਦੇ ਮੈਂਬਰ ਆਮ ਪੇਂਡੂ ਲੋਕ ਹੁੰਦੇ ਸਨ। ਸਭਾ ਬਾਲਗ ਮਰਦਾਂ ਦਾ ਸਮੂਹ ਹੁੰਦਾ ਸੀ। ਜੋ ਸਭਾ ਹੁੰਦੀ ਸੀ ਉਹਦੇ ਵਿੱਚ ਸਾਰੇ ਬਾਲਗ ਹੁੰਦੇ ਸੀ, ਬਾਲਗ ਜੋ ਫੈਸਲੇ ਕਰਦੇ ਸੀ। ਤੁਹਾਨੂੰ ਦੱਸਿਆ ਜਿਵੇਂ ਤਾਂ ਅੱਜ ਕੱਲ੍ਹ ਪੰਚਾਇਤ ਅਤੇ ਗ੍ਰਾਮ ਸਭਾ, ਗ੍ਰਾਮ ਸਭਾ ਦੇ ਵਿੱਚ ਤਾਂ ਸਾਰੇ ਆ ਜਾਂਦੇ ਸੀਗੇ ਸਾਰੇ, ਅਤੇ ਉਸ ਦਾ ਪੰਚਾਇਤ ਦੇ ਵਿੱਚ ਇਹ ਚੋਣ ਹੁੰਦੀ। ਇਸ ਤਰ੍ਹਾਂ ਉਰ ਦੇ ਵਿੱਚ ਤਾਂ ਸਾਰੇ ਮੈਂਬਰ ਆਮ ਪੇਂਡੂ ਲੋਕ, ਅਤੇ ਸਭਾ ਬਾਲਗ ਮਰਦਾਂ ਦਾ ਸਮੂਹ ਹੁੰਦਾ ਸੀ। ਪਿੰਡ ਦੇ ਸਾਰੇ ਕੰਮ ਜਿਵੇਂ ਕਿ ਝਗੜਿਆਂ ਦਾ ਨਿਪਟਾਰਾ ਕਰਨਾ, ਪਾਣੀ ਦੀ ਵੰਡ ਅਤੇ ਟੈਕਸ ਇਕੱਠਾ ਕਰਨ ਆਦਿ ਦੀ ਨਿਗਰਾਨੀ ਲਈ ਛੋਟੀਆਂ ਛੋਟੀਆਂ ਕਮੇਟੀਆਂ ਦੁਆਰਾ ਕੀਤੀ ਜਾਂਦੀ ਸੀ। ਠੀਕ ਹੈ ਜੀ। ਉਸ ਤੋਂ ਅੱਗੇ ਸਾਡਾ ਆ ਗਿਆ ਕਿ ਇਸਤਰੀਆਂ ਵੀ ਉਰ ਅਤੇ ਸਭਾ ਵਿੱਚ ਹਿੱਸਾ ਲੈਂਦੀਆਂ ਸਨ। ਚੌਰ ਰਾਜ ਦੇ ਵਿੱਚ ਇਸਤਰੀਆਂ ਦੀ ਹਾਲਤ ਬਹੁਤ ਸੋਹਣੀ ਸੀ। ਚੌਲ ਸ਼ਾਸਕਾਂ ਕੋਲ ਇੱਕ ਸ਼ਕਤੀਸ਼ਾਲੀ ਫੌਜ ਸੀ। ਫੌਜ ਵਿੱਚ ਹਾਥੀ ਵੀ ਸਨ, ਘੋੜਸਵਾਰ ਸੈਨਾ ਵੀ ਸੀ, ਪੈਦਲ ਸੈਨਾ ਵੀ ਸੀ। ਹਾਥੀ ਵੀ ਰੱਖੇ ਹੋਏ ਸੀਗੇ, ਘੋੜਸਵਾਰ ਵੀ ਰੱਖੇ ਹੋਏ ਸੀ, ਪੈਦਲ ਸੈਨਾ ਵੀ ਰੱਖੇ ਹੋਏ ਸਨ। ਜਲ ਸੈਨਾ ਫੌਜ ਦਾ ਇੱਕ ਸ਼ਕਤੀਸ਼ਾਲੀ ਹਿੱਸਾ ਸੀ। ਚੌਲਾਂ ਦੇ ਲਗਾਨ ਦੇ ਦੋ ਪ੍ਰਮੁੱਖ ਸਾਧਨ ਭੂਮੀ ਲਗਾਨ ਅਤੇ ਵਪਾਰ। ਭੂਮੀ 'ਤੇ ਵੀ ਟੈਕਸ ਲਾਉਂਦੇ ਸੀ ਅਤੇ ਵਪਾਰ 'ਤੇ ਵੀ। ਉਸ ਸਮੇਂ ਦੂਜੇ ਦੇਸ਼ਾਂ ਨਾਲ ਵੀ ਵਪਾਰ ਚੱਲਦਾ ਸੀਗਾ, ਭਾਵ ਇਹ ਹੋਰ ਨਾਲ ਵੀ ਕਰਦੇ ਸੀ, ਵਪਾਰ ਵੀ ਪ੍ਰਫੁੱਲਤ ਹੋ ਰਿਹਾ ਸੀ। ਉਸ ਸਮੇਂ ਦੂਜੇ ਦੇਸ਼ਾਂ ਨਾਲ ਵੀ ਵਪਾਰ ਪ੍ਰਫੁੱਲਤ ਹੋ ਰਿਹਾ ਸੀ, ਭਾਵ ਉਸ ਸਮੇਂ ਇਹਨਾਂ ਦਾ ਹੋਰ ਦੇਸ਼ਾਂ ਨਾਲ ਵਪਾਰ ਚੱਲਦਾ ਸੀਗਾ। ਸਮਾਜ
ਮੱਧਕਾਲ ਭਾਰਤ ਵਿੱਚ ਸਮਾਜ ਵਿੱਚ ਕੁਲੀਨ ਵਰਗ ਦੇ ਇਲਾਵਾ ਬ੍ਰਾਹਮਣਾਂ ਅਤੇ ਵਪਾਰੀਆਂ ਦਾ ਸਤਿਕਾਰ ਕੀਤਾ ਜਾਂਦਾ ਸੀ। ਵਪਾਰੀ ਅਤੇ ਸ਼ਿਲਪਕਾਰ ਸਮਾਜ ਵਿੱਚ ਬਹੁਤ ਆਨੰਦ ਮਾਣਦੇ ਸਨ। ਸਾਂਝੇ ਮਹੱਤਵ ਲਈ ਸਮਾਜ ਦੇ ਵੱਖ-ਵੱਖ ਵਰਗ ਇੱਕ ਦੂਜੇ ਨੂੰ ਸਹਿਯੋਗ ਦਿੰਦੇ ਸਨ। ਇਸਤਰੀ ਦਾ ਸਮਾਜ ਵਿੱਚ ਬਹੁਤ ਸਤਿਕਾਰ ਕੀਤਾ ਜਾਂਦਾ ਸੀ। ਉਹਨਾਂ ਨੂੰ ਉੱਚ ਸਿੱਖਿਆ ਦਿੱਤੀ ਜਾਂਦੀ ਸੀ। ਕਿਸਾਨ ਅਤੇ ਮਜ਼ਦੂਰ ਕਾਮੇ ਵਰਗ ਨਾਲ ਸੰਬੰਧ ਰੱਖਦੇ ਸਨ। ਉਹ ਬਹੁਤ ਗਰੀਬ ਹੁੰਦੇ ਸਨ। ਉਹ ਬਹੁਤ ਕਠਿਨ ਜੀਵਨ ਬਤੀਤ ਕਰਦੇ ਸਨ। ਤਾਂ ਸਮਾਜ ਕੀ ਤੇ ਕੁਲੀਨ ਹੁੰਦਾ ਗਾ ਅਮੀਰ ਰਾਜੇ, ਤਾਂ ਬ੍ਰਾਹਮਣ ਵੀ ਵਪਾਰੀਆਂ ਦਾ ਵੀ ਸਤਿਕਾਰ ਹੁੰਦਾ ਸੀਗਾ। ਵਪਾਰੀ ਅਤੇ ਸ਼ਿਲਪਕਾਰ ਸਮਾਜ ਵਿੱਚ ਬਹੁਤ ਆਨੰਦ ਮਾਣਦੇ ਸਨ। ਇੱਕ ਦੂਜੇ ਨੂੰ ਲੋਕ ਸਹਿਯੋਗ ਦਿੰਦੇ ਸਨ। ਇਸਤਰੀ ਦੀ ਇੱਜ਼ਤ ਵਧੀਆ ਹੁੰਦੀ ਸੀ। ਠੀਕ ਆ, ਸਿੱਖਿਆ ਪ੍ਰਾਪਤ ਕਰਦੀਆਂ ਸੀ ਉਹ। ਅਤੇ ਜੋ ਕਿਸਾਨ ਅਤੇ ਮਜ਼ਦੂਰ ਵਰਗ ਸੀ ਉਹਨਾਂ ਦੀ ਹਾਲਤ ਥੋੜ੍ਹੀ ਜਿਹੀ ਮਾੜੀ ਸੀ। ਧਰਮ ਮੱਧਕਾਲ ਵਿੱਚ ਹਿੰਦੂ ਧਰਮ, ਲੋਕਾਂ ਦੁਆਰਾ ਹਿੰਦੂ ਦੇਵਤੇ ਜਿਵੇਂ ਕਿ ਵਿਸ਼ਨੂੰ ਅਤੇ ਸ਼ਿਵ ਆਦਿ ਦੀ ਪੂਜਾ ਕੀਤੀ ਜਾਂਦੀ ਸੀ। ਉਸ ਸਮੇਂ ਬੁੱਧ ਧਰਮ, ਜੈਨ ਧਰਮ ਵੀ ਹੋਂਦ ਵਿੱਚ ਆਏ ਸਨ। ਇਸ ਸਮੇਂ ਦੌਰਾਨ ਬਹੁਤ ਸਾਰੀਆਂ ਧਾਰਮਿਕ ਲਹਿਰਾਂ ਦਾ ਜਨਮ ਹੋਇਆ ਸੀ, ਕਿਉਂਕਿ ਥੋੜ੍ਹਾ ਜਿਹਾ ਜੋ ਸਮਾਜ ਦੇ ਕੰਮ ਸੀ ਉਹ ਕਠੋਰ ਹੋ ਗਏ ਸੀਗੇ, ਅਤੇ ਜੋ ਹੇਠਲਾ ਵਰਗ ਸੀ ਉਹ ਇਹਨਾਂ ਨਾਲ ਮਾੜਾ ਸਲੂਕ ਹੁੰਦਾ ਸੀ। ਤਾਂ ਕਰਕੇ ਉਸ ਦੇ ਕਰਕੇ ਬਹੁਤ ਸਾਰੇ ਧਾਰਮਿਕ ਲਹਿਰਾਂ ਦਾ ਜਨਮ ਹੋਇਆ ਸੀ। ਜਿਵੇਂ ਵਾਸ਼ਵ ਨੇ ਲਿੰਗਾਇਤ ਮਤ ਦੀ ਸਥਾਪਨਾ ਕੀਤੀ। ਇਹ ਯਾਦ ਰੱਖਣਾ ਪਊਗਾ ਵੀ ਕਿਹਨੇ ਕਿਸ ਦੀ ਕੀਤੀ ਸੀਗੀ। ਵਾਸ਼ਵ ਨੇ ਲਿੰਗਾਇਤ ਦੀ ਸਥਾਪਨਾ ਕੀਤੀ। ਸ਼ੰਕਰਾਚਾਰਿਆ ਨੇ ਆਦਵੈਤ ਮਤ ਦਾ ਪ੍ਰਚਾਰ ਕੀਤਾ। ਆਦਵੈਤ ਕੀ ਹੁੰਦਾ ਗਾ? ਆਤਮਾ ਤੋਂ ਮੁਕਤੀ, ਸਾਰਿਆਂ ਤੋਂ ਮਤਲਬ ਸੰਸਾਰਕ ਮੋਹ ਮਾਇਆ ਤੋਂ ਦੂਰ ਹੋ ਜਾਣਾ, ਸੰਨਿਆਸ ਧਾਰਨਾ, ਆਦਵੈਤ। ਸਭ ਤੋਂ ਪਹਿਲਾਂ ਆ ਗਿਆ ਵਾਸ਼ਵ ਨੇ ਲਿੰਗਾਇਤ ਮਤ। ਸ਼ੰਕਰਾਚਾਰੀਆ ਨੇ ਆਦਵੈਤ ਮਤ ਦਾ ਪ੍ਰਚਾਰ ਕੀਤਾ। ਆਦਵੈਤ ਦੇਖੋ, ਸ਼ੰਕਰ ਭਗਵਾਨ ਕਹਿ ਦਿੰਦੇ ਹਾਂ ਅਸੀਂ ਦੇਵਤਾ, ਤਾਂ ਥੋੜ੍ਹਾ ਜਿਹਾ ਯਾਦ ਕਰਨ ਵਾਸਤੇ ਆਦਵੈਤ। ਠੀਕ ਹੈ ਜੀ। ਰਾਮਾਨੁਜ ਅਤੇ ਮਾਧਵ ਭਗਤੀ ਲਹਿਰ ਦੇ ਦੋ ਮਹਾਨ ਪ੍ਰਚਾਰਕ ਸਨ। ਰਾਮਾਨੁਜ ਹੋਏ ਨੇ, ਇਹ ਭਗਤੀ ਲਹਿਰ ਨਾਲ ਸੰਬੰਧ ਸੀਗਾ, ਜਿਨ੍ਹਾਂ ਨੇ ਈਸ਼ਵਰ ਦੀ ਭਗਤੀ ਕਰਨ 'ਤੇ ਜ਼ੋਰ ਦਿੱਤਾ। ਉਹਨਾਂ ਨੇ ਲੋਕਾਂ ਨੂੰ ਸਿੱਖਿਆ ਦਿੱਤੀ ਕਿ ਮੁਕਤੀ ਪ੍ਰਾਪਤ ਕਰਨ ਦਾ ਇੱਕੋ ਇੱਕ ਸਾਧਨ ਈਸ਼ਵਰ ਨੂੰ ਸਾਫ਼ ਦਿਲ ਨਾਲ ਸਨੇਹ ਕਰਨਾ, ਭਾਵ ਈਸ਼ਵਰ ਦੀ ਭਗਤੀ ਕਰਨਾ ਹੈ। ਉਹ ਜਾਤੀ ਅਤੇ ਵਰਗਾਂ ਦੇ ਵਿਰੁੱਧ ਸਨ। ਲੋਕ ਉਹਨਾਂ ਦੀਆਂ ਸਿੱਖਿਆਵਾਂ ਤੋਂ ਬਹੁਤ ਪ੍ਰਭਾਵਿਤ ਹੋਏ। ਤਾਂ ਵਾਸ਼ਵ ਨੇ ਲਿੰਗਾਇਤ, ਸ਼ੰਕਰਾਚਾਰਿਆ ਨੇ ਅਦਵੈਤ ਮਤ ਦਾ ਪ੍ਰਚਾਰ ਕੀਤਾ। ਰਾਮਾਨੁਜ ਅਤੇ ਮਾਧਵ ਇਹ ਭਗਤੀ ਲਹਿਰ ਨਾਲ ਸੰਬੰਧਿਤ ਸਨ। ਸਿੱਖਿਆ ਅਤੇ ਸਿਹਤ। ਮੱਧਕਾਲ ਭਾਰਤ ਵਿੱਚ ਚੌਲ ਸ਼ਾਸਕਾਂ ਨੇ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਬਹੁਤ ਉੱਨਤੀ ਕੀਤੀ। ਉਹਨਾਂ ਨੇ ਵਿਆਕਰਨ, ਦਰਸ਼ਨ ਸ਼ਾਸਤਰ, ਕਲਾ ਵਿਗਿਆਨ, ਗ੍ਰਹਿ ਵਿਗਿਆਨ ਵਰਗੇ ਬਹੁਤ ਸਾਰੇ ਵਿਸ਼ਿਆਂ ਨੂੰ ਉਤਸ਼ਾਹ ਦਿੱਤਾ। ਸਿੱਖਿਆ ਦਾ ਮਾਧਿਅਮ ਸੰਸਕ੍ਰਿਤ ਅਤੇ ਤਾਮਿਲ ਸੀ, ਕਿਉਂਕਿ ਤਾਮਿਲਨਾਡੂ ਦਾ ਖੇਤਰ ਤਾਂ ਤਾਮਿਲ ਸੰਸਕ੍ਰਿਤ ਵੀ ਸੀ। ਸਿੱਖਿਆ ਮੰਦਰਾਂ ਦੇ ਵਿਹੜੇ ਵਿੱਚ ਦਿੱਤੀ ਜਾਂਦੀ ਸੀ। ਜੋ ਸਿੱਖਿਆ ਸੀ ਦਿੰਦੇ ਸੀ ਮੰਦਰਾਂ 'ਚ। ਅਸੀਂ ਪਹਿਲਾਂ ਪੱਲਵਾਂ ਵੇਲੇ ਪੜ੍ਹ ਚੁੱਕੇ ਹਾਂ ਵੀ ਜੋ ਮੰਦਰ ਸੀ ਇਕੱਲਾ ਪੂਜਾ ਕਰਨ ਵਾਸਤੇ ਨਹੀਂ, ਲੋਕਾਂ ਦੇ ਸਮਾਜਿਕ ਪੜ੍ਹਾਈ ਦੇ ਕੰਮ ਕਰਨ ਵਾਸਤੇ ਵੀ ਸੀ। ਸਿੱਖਿਆ ਮੰਦਰਾਂ ਦੇ ਵਿਹੜੇ ਵਿੱਚ ਦਿੱਤੀ ਜਾਂਦੀ ਸੀ। ਚੌਲ ਰਾਜਕਾਲ ਸਮੇਂ ਸੰਸਕ੍ਰਿਤ ਅਤੇ ਖੇਤਰੀ ਭਾਸ਼ਾਵਾਂ ਜਿਵੇਂ ਤਾਮਿਲ, ਤੇਲਗੂ, ਕੰਨੜ, ਸੰਸਕ੍ਰਿਤ ਅਤੇ ਖੇਤਰੀ ਲੋਕਾਂ ਦੀਆਂ ਭਾਸ਼ਾਵਾਂ ਤਾਮਿਲ, ਤੇਲਗੂ, ਕੰਨੜ ਦਾ ਵਿਕਾਸ ਹੋਇਆ। ਬਹੁਤ ਸਾਰੇ ਸਾਹਿਤ ਦਾ ਸੰਸਕ੍ਰਿਤ ਤੋਂ ਇਹਨਾਂ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ। ਉਦਾਹਰਨ ਵਜੋਂ ਕੰਬਨ ਵਿਦਵਾਨ ਨੇ ਰਾਮਾਇਣ ਦਾ ਤਾਮਿਲ ਭਾਸ਼ਾ ਵਿੱਚ ਅਨੁਵਾਦ ਕੀਤਾ ਸੀ। ਇਹ ਕੁਐਸਚਨ ਬਹੁਤ ਵਾਰੀ ਆਇਆ ਵੀ ਕੰਬਨ ਨੇ ਕੀ ਕੀਤਾ ਸੀ, ਤਾਂ ਕੰਬਨ ਨੇ ਰਾਮਾਇਣ ਦਾ ਤਾਮਿਲ ਭਾਸ਼ਾ ਵਿੱਚ ਅਨੁਵਾਦ ਕੀਤਾ। ਅੱਗੇ ਆ ਗਿਆ ਤਿੱਕਣਾ, ਨਨੀਹਾ ਅਤੇ ਤਿੱਕਣਾ ਤੇਲਗੂ ਵਿਦਵਾਨਾਂ ਨੇ ਮਹਾਂਭਾਰਤ ਦਾ ਤੇਲਗੂ ਭਾਸ਼ਾ ਵਿੱਚ। ਜੋ ਕੰਬਨ ਨੇ ਕੀਤਾ ਸੀਗਾ ਰਾਮਾਇਣ ਦਾ, ਨਨੀਹਾ ਅਤੇ ਤਿੱਕਣਾ ਨੇ ਕੀਤਾ ਸੀ ਮਹਾਂਭਾਰਤ ਦਾ। ਇਹ ਯਾਦ ਰੱਖਣਾ ਪਊਗਾ ਸਾਨੂੰ। ਮਹਾਂਕਾਵ ਰਾਮਾਇਣ ਅਤੇ ਮਹਾਂਭਾਰਤ ਤੋਂ ਦੱਖਣੀ ਭਾਰਤ ਦੇ ਮੁੱਢਲੇ ਅਤੇ ਉੱਤਰ ਮੱਧਕਾਲੀਨ ਯੁੱਗ ਦੇ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਹੈ। ਦੇਖੋ ਜੇ ਯਾਦ ਕਰਨਾ ਕੰਬਨ, ਤਾਂ ਜਿਹੜੀ ਰਾਮਾਇਣ ਆ ਗਈ, ਰਾਮਾਇਣ ਦਾ ਸੰਬੰਧ ਹੈਗਾ ਰਾਮ ਅਤੇ ਰਾਵਣ ਨਾਲ। ਤਾਂ ਰਾਵਣ ਕਿਹਾ ਜਾਂਦਾ ਕਿ ਵੀ ਉਹ ਸੀਤਾ ਦਾ ਹਰਨ ਕਰ ਗਿਆ ਸੀਗਾ।
ਵੀ ਸੀਤਾ ਨੂੰ ਉਹ ਆਪਣੇ ਉੱਥੇ ਲੰਕਾ ਦੇ ਵਿੱਚ ਚੁੱਕ ਕੇ ਲੈ ਗਿਆ ਸੀਗਾ। ਤਾਂ ਦੇਖੋ ਇੱਕ ਔਰਤ ਦਾ ਹਰਨ ਕਰਨ ਨਾਲ ਕੀ ਹੋ ਜਾਂਦਾ ਗਾ, ਇੱਕ ਔਰਤ ਨੂੰ ਅਗਵਾ ਕਰਨ ਨਾਲ ਕੀ ਹੁੰਦਾ ਗਾ, ਸਾਡਾ ਸਾਰੇ ਲੋਕ ਕੰਬ ਜਾਂਦੇ ਨੇ, ਕੰਬ। ਤਾਂ ਕੰਬਨ ਨੇ ਕਾਰਜ ਕੀਤਾ ਸੀਗਾ ਰਮਾਇਣ ਦਾ। ਕੰਬਨ ਨਾਲ ਜੋੜ ਲਿਓ ਵੀ ਰੂਹ ਕੰਬ ਜਾਂਦੀ ਹੈ ਸਾਡੀ, ਵੀ ਰਾਵਣ ਨੇ ਇਹ ਕੰਮ ਕੀਤਾ ਸੀਗਾ। ਤਾਂ ਫਿਰ ਕੰਬਨ ਨਾਲ ਜੋੜ ਲਿਓ, ਕੀ ਆ ਜੂਗਾ, ਰਮਾਇਣ। ਨਨੀਹਾ ਅਤੇ ਤਿਕਨਾ, ਤਿਕਨਾ ਕੀ ਹੋਗਾ, ਟਿਕਣਾ। ਟਿਕ ਨਹੀਂ ਸਕੇ ਸੀਗੇ, ਕੌਣ ਨਹੀਂ ਟਿਕ ਸਕੇ ਸੀਗੇ, ਪਾਂਡਵਾਂ ਦੇ ਅੱਗੇ ਕੌਰਵ। ਨਨੀਹਾ ਅਤੇ ਤਿਕਨਾ ਨੇ ਮਹਾਭਾਰਤ ਦਾ ਤੇਲਗੂ ਭਾਸ਼ਾ ਵਿੱਚ ਅਨੁਵਾਦ ਕੀਤਾ। ਠੀਕ ਹੈ ਜੀ। ਇਹ ਤੋਂ ਸਾਨੂੰ ਉੱਥੋਂ ਦੇ ਮੁੱਢਲੇ ਅਤੇ ਸਾਰੇ ਇਤਿਹਾਸ ਬਾਰੇ ਪਤਾ ਲੱਗਦਾ। ਤਾਮਿਲਨਾਡੂ ਵਿੱਚ ਜ਼ਿਮੀਂਦਾਰ ਵਿਸਥਾਰ। ਚੌਲ ਸ਼ਾਸਕਾਂ ਨੇ ਤਾਮਿਲਨਾਡੂ ਵਿੱਚ ਖੇਤੀ ਦਾ ਵਿਕਾਸ ਕਰਨ ਵੱਲ ਖਾਸ ਧਿਆਨ ਦਿੱਤਾ। ਸਿੱਟੇ ਵਜੋਂ ਉੱਥੇ ਜ਼ਿਮੀਂਦਾਰਾਂ ਦਾ ਬਹੁਤ ਵਿਸਤਾਰ ਹੋਇਆ। ਚੌਲ ਸ਼ਾਸਕਾਂ ਨੇ ਸਿੰਚਾਈ ਪ੍ਰਬੰਧ ਵੱਲ ਵੀ ਖਾਸ ਧਿਆਨ ਦਿੱਤਾ। ਸਿੰਚਾਈ ਲਈ ਲਗਭਗ ਸਾਰੇ ਦਰਿਆਵਾਂ, ਖਾਸ ਕਰਕੇ ਕਾਵੇਰੀ ਦਰਿਆ ਦੀ ਵਰਤੋਂ ਕੀਤੀ ਗਈ। ਜਿੱਥੇ ਉਹਨਾਂ ਨੂੰ ਪਾਣੀ ਲਿਜਾਣਾ ਸੰਭਵ ਨਹੀਂ ਸੀ, ਉੱਥੇ ਉਹਨਾਂ ਨੇ ਸਿੰਚਾਈ ਕਰਨ ਲਈ ਬਹੁਤ ਸਾਰੇ ਤਲਾਬ ਬਣਾਏ। ਉਹਨਾਂ ਨੇ ਖੇਤਾਂ ਵਿੱਚ ਪਾਣੀ ਦੀ ਵੰਡ ਕਰਨ ਲਈ ਇੱਕ ਤਲਾਬ ਕਮੇਟੀ ਵੀ ਬਣਾਈ ਸੀ। ਵੀ ਜਿਵੇਂ ਅੱਜ ਕੱਲ੍ਹ ਅਸੀਂ ਨਹਿਰ ਦਾ ਪਾਣੀ ਵੰਡਦੇ ਹਾਂ, ਤਾਂ ਜਿੰਨਾ ਕਿਸੇ ਕੋਲ ਜ਼ਮੀਨ ਹੁੰਦੀ ਆ ਤਾਂ ਪ੍ਰਤੀ ਏਕੜ ਦੇ ਹਿਸਾਬ ਨਾਲ ਉਹਨਾਂ ਨੂੰ ਉਹ ਨਹਿਰੀ ਪਾਣੀ ਮਿਲਦਾ। ਮਤਲਬ ਜਿਸ ਦੇ ਕੋਲ ਜ਼ਿਆਦਾ ਜ਼ਮੀਨ ਹੁੰਦੀ ਆ ਉਹਨੂੰ ਉਨੇ ਮਿੰਟ ਜ਼ਿਆਦਾ, ਭਾਵ ਪ੍ਰਤੀ ਏਕੜ ਦੇ ਹਿਸਾਬ ਨਾਲ ਮਿੰਟਾਂ 'ਚ ਵੰਡ ਕੀਤੀ ਜਾਂਦੀ ਹੈ। ਭਾਵ ਦੇਖਿਆ ਜਾਂਦਾ ਗਾ ਵੀ 1 ਏਕੜ ਜ਼ਮੀਨ ਨਹਿਰੀ ਪਾਣੀ ਨਾਲ ਕਿੰਨੇ ਸਮੇਂ 'ਚ ਪੂਰਾ 1 ਏਕੜ ਜ਼ਮੀਨ ਕਿੰਨੇ ਸਮੇਂ ਦੇ ਵਿੱਚ ਭਰ ਜਾਂਦੀ ਹੈ ਨਹਿਰੀ ਪਾਣੀ ਨਾਲ। ਤਾਂ ਉਸ ਹਿਸਾਬ ਨਾਲ ਵੰਡ ਕੀਤੀ ਜਾਂਦੀ ਹੈ। ਵੀ ਮੰਨ ਲਓ 15 ਮਿੰਟਾਂ ਦੇ ਵਿੱਚ 1 ਏਕੜ ਜ਼ਮੀਨ ਭਰ ਜਾਂਦੀ ਹੈ ਨਹਿਰੀ ਪਾਣੀ ਨਾਲ। ਤਾਂ ਜਿਹਦੇ ਕੋਲ 1 ਏਕੜ ਆ ਤਾਂ 15 ਮਿੰਟ, ਜਿਹਦੇ ਕੋਲ 3 ਏਕੜ ਆ ਤਾਂ 45 ਮਿੰਟ, ਇਸ ਤਰ੍ਹਾਂ ਵਾਰੀ ਮਿਲਦੀ ਆ। ਉਸੇ ਤਰ੍ਹਾਂ ਤਲਾਬ ਕਮੇਟੀ ਬਣਾਈ ਸੀ ਤਾਂ ਜੋ ਜਿੰਨਾ ਕੁ ਕਿਸੇ ਕੋਲ ਜ਼ਮੀਨ ਆ ਉਸ ਹਿਸਾਬ ਨਾਲ ਤਲਾਬ ਦੇ ਵਿੱਚ ਪਾਣੀ ਦਿੱਤਾ ਜਾ ਸਕੇ। ਠੀਕ ਹੈ ਜੀ। ਚੌਲ ਸ਼ਾਸਕਾਂ ਦੁਆਰਾ ਰਾਜ ਵਿੱਚ ਭਾਰੀ ਵਰਖਾ ਹੋਣ ਜਾਂ ਸੋਕਾ ਪੈ ਜਾਣ ਕਾਰਨ ਤਬਾਹ ਹੋਈਆਂ ਫਸਲਾਂ ਦੇ ਭੂਮੀ ਲਗਾਨ ਨਹੀਂ ਲਿਆ ਜਾਂਦਾ ਸੀ। ਜੇਕਰ ਫਸਲ ਤਬਾਹ ਹੋ ਜਾਂਦੀ ਜਾਂ ਸੋਕਾ ਪੈ ਜਾਂਦਾ ਜਾਂ ਜ਼ਿਆਦਾ ਵਰਖਾ ਪੈ ਜਾਂਦੀ ਤਾਂ ਲਗਾਨ ਨਹੀਂ ਲਿਆ ਜਾਂਦਾ ਸੀ। ਉਹ ਔਕੜ ਪੈਣ 'ਤੇ ਵਾਹੀਕਾਰਾਂ ਨੂੰ ਕਰਜ਼ੇ ਵੀ ਦਿੰਦੇ ਸਨ, ਭਾਵ ਉਹਨਾਂ ਨੂੰ ਉਹ ਕਰਜ਼ੇ ਵੀ ਦਿੰਦੇ ਸਨ। ਚੌਲ ਸ਼ਾਸਕਾਂ ਨੇ ਘੁਮੱਕੜ ਕਬੀਲਿਆਂ ਦੀ ਮਦਦ ਨਾਲ ਜੰਗਲਾਂ ਨੂੰ ਸਾਫ਼ ਕਰਕੇ ਭੂਮੀ ਨੂੰ ਵਾਹੀਯੋਗ ਬਣਾਇਆ। ਭਾਵ ਇਹਨਾਂ ਨੇ ਕਈ ਵਧੀਆ ਕੰਮ ਕੀਤੇ। ਇਸ ਤਰ੍ਹਾਂ ਅਸੀਂ ਇਹ ਚੌਲ ਸ਼ਾਸਕਾਂ ਬਾਰੇ ਪੜ੍ਹਿਆ। ਇਸ ਤੋਂ ਅੱਗੇ ਅਸੀਂ ਪੜ੍ਹਾਂਗੇ ਦਿੱਲੀ ਸਲਤਨਤ ਬਾਰੇ। ਧੰਨਵਾਦ।